ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਅੱਜ ਬੜੇ ਅਹਿਮ ਮਸਲਾ ਸਾਡੇ ਜਹਨ ਦੇ ਵਿੱਚ ਜਿਹਨੂੰ ਲੈ ਕੇ ਕਈ ਸਵਾਲ ਆਉਂਦੇ ਨੇ ਤੇ ਈਪੀਐਫਓ ਦੇ ਜਿਹੜੇ ਕਮਿਸ਼ਨਰ ਨੇ ਚੰਡੀਗੜ੍ਹ ਦੇ ਵਿੱਚ ਬੈਠੇ ਹੋਏ ਨੇ ਹੈੱਡ ਆਫਿਸ ਦੇ ਵਿੱਚ ਤੇ ਆਲੇ ਦੁਆਲੇ ਦੇ ਉਹਨਾਂ ਕੋਲ 5 ਜਿਹੜੇ ਡਿਸਟ੍ਰਿਕਟ ਉਹ ਲਗਭਗ ਉਹਨਾਂ ਦਾ ਸਾਰਾ ਦਾਰੋਮਦਾਰ ਉਹਨਾਂ ਦੇ ਮੁੰਡਿਆਂ ਤੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਤੇ ਅੱਜ ਜਗਬਾਣੀ ਤੇ ਕਈ ਅਹਿਮ ਸਵਾਲ ਨੇ ਪੀਐਫ ਨੂੰ ਲੈ ਕੇ ਜਾਂ ਜੀਪੀਐਫ ਨੂੰ ਲੈ ਕੇ ਜਾਂ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਹਰ EMPLOYE ਦੇ ਜਹਨ ਦੇ ਵਿੱਚ ਹੁੰਦੀਆਂ ਜਾਂ ਉਹਦੇ ਪਰਿਵਾਰ ਦੇ ਜਹਨ ਦੇ ਵਿੱਚ ਹੁੰਦੀਆਂ ਨੇ। ਉਹਨਾਂ ਸਾਰੀਆਂ ਤੇ ਗੱਲਾਂ ਤੇ ਵਿਸਤਾਰ ਨਾਲ ਗੱਲ ਕਰਾਂਗੇ। ਸਵਾਲ ਨੇ ਜਿਹੜੇ ਮੇਰੇ ਕੋਲ ਵੀ ਨੇ ਜਾਂ ਜਿਹੜੇ ਸਾਡੇ ਦਰਸ਼ਕਾਂ ਦੇ ਵੀ ਆਉਂਦੇ ਨੇ ਉਹਨਾਂ ਤੇ ਵੀ ਗੱਲ ਕਰਾਂਗੇ। ਸਾਡੇ ਜਗਬਾਣੀ ਤੇ ਪਹਿਲਾਂ ਸਵਾਗਤ ਕਰਦੇ ਹਾਂ PPS ਮੈਂਗੀ ਜੀ ਦਾ, ਕਿਉਂਕਿ ਉਹ ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ। ਜਗਬਾਣੀ ਤੇ ਬਹੁਤ-ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ, ਬਹੁਤ-ਬਹੁਤ ਸ਼ੁਕਰੀਆ। ਤੇ ਮੈਂਗੀ ਸਰ, ਜਿੱਦਾਂ ਕਿ ਹੁਣ ਨਵਾਂ ਤੁਹਾਨੂੰ ਅਹੁਦਾ ਦਿੱਤਾ, ਉਰੇ ਵੱਖ-ਵੱਖ ਸੂਬਿਆਂ ਤੇ ਤੁਸੀਂ ਸੇਵਾਵਾਂ ਦੇ ਚੁੱਕੇ ਨੇ, ਪਰ ਸੇਵਾਵਾਂ ਤੇ ਵੀ ਗੱਲ ਕਰਾਂਗੇ। ਅਜੇ ਤੱਕ ਦਾ ਜਿਹੜਾ ਸਫ਼ਰ ਰਿਹਾ ਇਸ ਮਹਿਕਮੇ ਦੇ ਵਿੱਚ ਤੁਹਾਡਾ ਜਿਹੜਾ ਦਾਇਰਾ ਜਿਹਨੂੰ ਤੁਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਮੈਂ ਪਤਾ ਕੀਤਾ ਕਹਿੰਦੇ ਬੜੇ ਵਧੀਆ ਸਰ ਨੇ, ਉਹਦੇ ਤੇ ਵੀ ਆਊਂਗਾ। ਲੇਕਿਨ ਇੱਕ ਸਰਕਾਰ ਵੱਲੋਂ ਇੱਕ ਯੋਜਨਾ ਚਲਾਈ ਗਈ ਆ ਜਿਹੜੀ ਆਜ਼ਾਦੀ ਦੀ ਬੜੇ ਗੰਢ ਜਿਹੜੀ ਆਪਣੇ ਢੰਗ ਦੇ ਨਾਲ ਕੇਂਦਰ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ, ਡਿਜੀਟਲ ਤਰੀਕੇ ਦੇ ਨਾਲ ਜਿਹੜੀ ਆ PF ਦੀ ਸੌਗਾਤ ਦਿੱਤੀ ਜਾ ਰਹੀ ਆ। ਕੀ ਕੁਝ ਇਹਦੇ 'ਚ ਅੱਜ ਕੱਲ੍ਹ ਚੱਲ ਰਿਹਾ? ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਭਾਰਤ ਸਰਕਾਰ ਜਿਹੜਾ 75 ਸਾਲਾ ਮਨਾ ਰਹੀ ਹੈ ਅਗਲੇ ਸਾਲ 2022 ਦੇ ਵਿੱਚ ਇੰਡੀਪੈਂਡੈਂਸ ਡੇ, ਉਹਦੇ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਇਹ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਹੈਗਾ। ਉਹਦੇ ਵਿੱਚ ਅਲੱਗ-ਅਲੱਗ ਮਹਿਕਮਿਆਂ ਨੂੰ ਉਹਨਾਂ ਨੇ ਟਾਰਗੇਟਸ ਦਿੱਤੇ ਹੈਗੇ ਹੈ ਤਾਂ ਕਿ ਲੋਕਾਂ ਦੀ ਜਿੰਨੀ ਮੈਕਸਿਮਮ ਸੇਵਾ ਕੀਤੀ ਜਾ ਸਕੇ ਉਹ ਕਰਨ ਵਾਸਤੇ। ਤੇ ਸਾਡੇ ਹਿੱਸੇ ਜਿਹੜਾ ਸਾਡੇ ਮਹਿਕਮੇ ਨੂੰ ਟਾਰਗੇਟ ਦਿੱਤਾ ਗਿਆ ਹੈ ਉਹ ਹੈਗਾ ਨੋਮੀਨੇਸ਼ਨ ਫਾਈਲ ਕਰਵਾਉਣ ਦਾ। ਉਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਇਸ 'ਚ ਇਨਸਿਸਟ ਕਰ ਰਹੇ ਹਾਂ, ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਵੀ ਉਹ ਆਪਣੇ ਨੋਮੀਨੇਸ਼ਨ ਫਾਈਲ ਕਰਨ, ਕਿਉਂਕਿ ਅਸੀਂ ਇਹ ਚੀਜ਼ ਦੇਖੀ ਜਿਉਂ ਕਰੋਨਾ ਪੀਰੀਅਡ ਦੇ ਵਿੱਚ ਕਾਫੀ, ਕਿਉਂਕਿ ਅਨਫੋਰਚੂਨੇਟਲੀ ਡੈਥਸ ਵੀ ਹੋਈਆਂ ਹੈਗੀਆਂ, ਜਿਹਦੇ ਕਰਕੇ ਜਦੋਂ ਕਲੇਮ ਉਹਨਾਂ ਦੇ ਸਰਵਾਈਵਰਸ ਜਿਹੜੇ ਹੁੰਦੇ ਹੈ ਡੈਥ ਕੇਸ ਦੇ ਵਿੱਚ, ਇਨ ਕੇਸ ਆਫ ਅਨਫੋਰਚੂਨੇਟ ਡੈਥ, ਉਹਨਾਂ ਸਰਵਾਈਵਰਸ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਲੇਮ ਕਿੱਦਾਂ ਫਾਈਲ ਕਰਨਾ ਹੈ, ਕਿਹਦੇ ਕੋਲ ਜਾਣਾ ਹੈ, ਔਰ ਉਹਨਾਂ ਨੂੰ ਬਹੁਤ ਪ੍ਰੋਬਲਮਸ ਫੇਸ ਆਉਂਦੀਆਂ। ਦੇ ਹੈਵ ਟੂ ਰਨ ਫਰੋਮ ਪਿਲਰ ਟੂ ਪੋਸਟ, ਵੀ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਜਿਹੜੇ ਡਿਊਜ਼ ਹੈਗੇ ਹੈ ਡਿਸੀਜ਼ਡ ਦੇ ਉਹਨਾਂ ਨੂੰ ਮਿਲਣ। ਅਤੇ ਨੋਮੀਨੇਸ਼ਨ ਜੇ ਅੱਜ ਮੈਂਬਰ ਫਾਈਲ ਕਰ ਦਿੰਦਾ ਅਤੇ ਉਹ ਐਟਲੀਸਟ ਆਪਣੇ ਫੈਮਿਲੀ ਇਨ ਦ ਇਵੈਂਟ ਆਫ ਅਨਟਾਈਮਲੀ ਡੈਥ, ਉਹਨੂੰ ਇਹ ਹੈਗਾ ਵੀ ਉਹ ਆਪਣੇ ਫੈਮਿਲੀ ਮੈਂਬਰਸ ਦੇ ਵਾਸਤੇ ਆਪਣਾ ਸਿਕਿਉਰ ਕਰ ਜਾਂਦਾ। ਉਹ ਨੋਮੀਨੇਸ਼ਨ ਜੇ ਫਾਈਲ ਉਹਨੇ ਕੀਤਾ ਹੋਇਆ ਮੈਂਬਰ ਨੇ, ਜਿਹਦੇ ਵਿੱਚ ਕਿ ਉਹਦਾ ਆਧਾਰ ਨੰਬਰ, ਉਹਦੇ ਫੈਮਿਲੀ ਦੇ ਆਧਾਰ ਨੰਬਰ ਔਰ ਉਹਨਾਂ ਦੀ ਆਪਣੀ ਫੋਟੋ ਔਰ ਫੈਮਿਲੀ ਦੀ ਫੋਟੋਗ੍ਰਾਫ, ਇਹੀ ਸਿਰਫ ਉਹਦੀਆਂ ਬੇਸਿਕ ਰਿਕੁਆਇਰਮੈਂਟਸ ਹੈਗੀਆਂ। ਜੇ ਇਹ ਉਹ ਨੋਮੀਨੇਸ਼ਨ ਦੇ ਵਿੱਚ ਭਰ ਕੇ ਸਬਮਿਟ ਕਰ ਦਿੰਦਾ ਹੈਗਾ ਔਰ ਸਾਈਨ ਉਹਦੇ ਵਿੱਚ ਹੁੰਦਾ ਹੈ। ਸਾਈਨ ਦਾ ਮਤਲਬ ਹੈ ਵੀ ਆਧਾਰ ਦੀ ਸਾਈਟ ਹਸਤਾਖਰ ਸਾਈਟ ਹੈਗੀ ਹੈ, ਜੇ ਉਹਦੇ ਥਰੂ ਉਹ ਸਬਮਿਟ ਕਰ ਦਿੰਦਾ ਤਾਂ ਉਹ ਕਨਫਰਮ ਮੰਨਿਆ ਜਾਂਦਾ ਵੀ ਇਹ ਮੈਂਬਰ ਨੇ ਖੁਦ ਹੀ ਨੋਮੀਨੇਸ਼ਨ ਫਾਈਲ ਕੀਤਾ ਹੈ। ਅਤੇ ਉਸ ਤੋਂ ਬਾਅਦ ਇਨ ਕੇਸ ਆਫ ਅਨਟਾਈਮਲੀ ਡੈਥ ਆਫ ਦਾ ਮੈਂਬਰ, ਉਹਦੇ ਪਰਿਵਾਰਜਨ ਜਿਹੜੇ ਹੈਗੇ ਆ ਉਹ ਡਾਇਰੈਕਟਲੀ ਔਨਲਾਈਨ ਕਲੇਮ ਫਾਈਲ ਕਰ ਸਕਦੇ ਆ। ਨਾ ਤਾਂ ਉਹਨਾਂ ਨੂੰ ਕਿਸੇ ਕੋਈ ਪੇਪਰ ਫਾਈਲ ਕਰਨ ਦੀ ਲੋੜ ਹੈ, ਨਾ ਕਿਸੇ ਇੰਪਲੋਇਰ ਕੋਲ ਜਾਣ ਦੀ ਲੋੜ ਹੈ, ਨਾ ਕਿਸੇ ਨੂੰ ਕਹਿਣ ਦੀ ਲੋੜ ਹੈ। ਡਾਇਰੈਕਟਲੀ ਉਹ ਆਪਣੇ ਮੋਬਾਈਲ ਨੰਬਰ ਤੋਂ, ਆਧਾਰ ਲਿੰਕਡ ਜਿਹੜਾ ਮੋਬਾਈਲ ਹੋਏਗਾ ਉਸ ਤੋਂ ਉਹ ਡਾਇਰੈਕਟਲੀ ਕਲੇਮ ਫਾਈਲ ਕਰ ਸਕਦੇ ਆ। ਤਾਂ ਉਹਨਾਂ ਨੂੰ ਅਗਲੇ ਮਹੀਨੇ ਤੋਂ ਪੈਨਸ਼ਨ, PF ਔਰ ਇੰਸ਼ੋਰੈਂਸ ਦਾ ਜਿਹੜਾ ਬੈਨੀਫਿਟ ਹੈ ਡਾਇਰੈਕਟਲੀ ਉਹਨਾਂ ਦੇ ਖਾਤਿਆਂ 'ਚ ਚਲਾ ਜਾਏਗਾ। ਚਲੋ, ਨੋਮੀਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਮੈਂਗੇ ਸਾਹਿਬ, ਤੇ ਜਿਹੜੀਆਂ EPFO ਮੈਂ ਦੱਸਦਾ ਵਾਂ, EPFO ਦੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਨਾਲ ਹੋਰ ਵੀ GPF ਦੀ ਗੱਲ ਆ ਜਾਂਦੀ ਆ, PPF ਦੀ ਗੱਲ ਆ ਜਾਂਦੀ ਆ। ਡਿਜੀਟਲਾਈਜੇਸ਼ਨ ਜਿਹੜੀ ਆ EPFO ਦੇ ਵਿੱਚ ਸ਼ੁਰੂ ਹੋ ਚੁੱਕੀ ਆ ਤੇ ਨੋਮੀਨੇਸ਼ਨ ਦੀ ਪ੍ਰਕਿਰਿਆ ਮੈਂਗੀ ਸਾਹਿਬ ਨੇ ਆਪ ਦੱਸ ਦਿੱਤੀ। EPFO ਜਿਹੜਾ ਹੈਗਾ ਉਸ ਦੇ ਨਾਲ GPF ਦੀ ਗੱਲ ਕਹੀ ਜਾਂਦੀ ਹੈ, PPF ਦੀ ਗੱਲ ਕਹੀ ਜਾਂਦੀ ਆ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੇ ਸਾਡੇ ਕੁਛ ਇੱਕ ਭੈਣ ਭਰਾ ਨੇ ਜਾਂ ਸਾਡੇ ਜਿਹੜੇ ਦਰਸ਼ਕ ਨੇ, ਇਹਨਾਂ 'ਚ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਜਾਂਦੀ ਆ। ਕਈ ਵਾਰੀ ਮੈਂ ਜਾਂ ਤੁਸੀਂ ਵੀ ਆਪ ਇਹੋ ਜਿਹੀ ਸਥਿਤੀ 'ਤੇ ਲੰਘੇ ਹੋਣੇ ਕਿ GPF ਦੇ ਬੰਦੇ ਤੁਹਾਡੇ ਦਫ਼ਤਰ ਆ ਗਏ ਹੋਣੇ। ਇਹ ਫਰਕ ਕੀ ਹੈ ਇਹਨਾਂ ਚੀਜ਼ਾਂ 'ਚ? ਦੇਖੀਏ, ਮੇਨਲੀ 3 ਤਰ੍ਹਾਂ ਦੇ ਪ੍ਰੋਵੀਡੈਂਟ ਫੰਡ ਜਿਹੜੇ ਹੁੰਦੇ ਹੈ ਉਹ ਇੰਡੀਆ ਦੇ ਵਿੱਚ ਇਸ ਟਾਈਮ ਲਾਗੂ ਹੈਗੇ ਹੈ। ਇੱਕ ਤਾਂ ਹੈਗਾ GPF, ਜਨਰਲ ਪ੍ਰੋਵੀਡੈਂਟ ਫੰਡ, ਜਿਹੜਾ ਕਿ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਕਿਸੇ ਵੀ ਮਹਿਕਮੇ 'ਚ ਹੋਣ, ਭਾਵੇਂ ਉਹ ਸੈਂਟਰ ਦੇ ਹੋਣ ਜਾਂ ਸਟੇਟ ਗਵਰਨਮੈਂਟ ਦੇ, ਜਿਹਨਾਂ ਦੀ ਵੀ ਕਿ ਸਰਵਿਸ ਦੇ ਵਿੱਚੋਂ ਆਏ 1/1/2004 ਤੋਂ ਪਹਿਲਾਂ, ਉਹਨਾਂ ਵਾਸਤੇ ਜਨਰਲ ਪ੍ਰੋਵੀਡੈਂਟ ਫੰਡ ਲਾਗੂ ਹੈ, ਜਿਹੜਾ ਕਿ ਸਰਕਾਰ, ਸੈਂਟਰਲ ਗਵਰਨਮੈਂਟ ਜਾਂ ਤਾਂ ਆਪਣਾ ਮਹਿਕਮਾ ਖੁਦ ਮੇਨਟੇਨ ਕਰਦਾ ਹੈ ਜਾਂ ਉਹ AG ਆਫਿਸ ਦੇ ਵਿੱਚ ਮੇਨਟੇਨ ਹੁੰਦਾ ਹੈ। ਉਸ ਤੋਂ ਇਲਾਵਾ ਇੱਕ ਹੁੰਦਾ ਹੈ PPF,
ਜਿਹੜਾ ਕਿ ਕਿਸੇ ਵੀ ਬੈਂਕ ਦੇ ਵਿੱਚ ਜਾਂ ਪੋਸਟ ਆਫਿਸ ਦੇ ਵਿੱਚ ਕੋਈ EMPLOYE ਖੋਲ ਸਕਦਾ ਹੈ। ਉਹ ਜਿਹੜਾ ਹੈਗਾ ਉਹ ਇੰਡੀਵਿਜੂਅਲ ਦੇ ਉੱਤੇ ਹੈਗਾ, ਉਹ ਆਪਣਾ ਜਿਵੇਂ 1.5 ਲੱਖ ਰੁਪਇਆ ਸਾਲ ਤੱਕ ਦਾ ਉਹ ਜਮ੍ਹਾਂ ਉਹਦੇ ਵਿੱਚ ਕਰਵਾ ਸਕਦਾ ਹੈ PPF ਦੇ ਵਿੱਚ, ਔਰ ਉਹੀ ਇਨਕਮ ਟੈਕਸ ਐਗਜ਼ੈਂਪਸ਼ਨ ਉਹਨੂੰ ਸਾਰਿਆਂ ਦੇ ਵਿੱਚੋਂ ਸੇਮ ਹੈਗੀਆਂ, ਉਹ ਮਿਲਦੀਆਂ ਹੈ। ਅਤੇ ਤੀਸਰਾ ਜਿਹੜਾ ਅਸੀਂ ਕਰ ਰਹੇ ਹਾਂ ਇੰਪਲੀਮੈਂਟ, ਉਹ ਹੈਗਾ EPF। ਇਹ ਹੈਗਾ ਕੰਪਲਸਰੀ ਉਹਨਾਂ ਵਾਸਤੇ ਜਿਹੜੇ ਕਿ ਮਤਲਬ ਜਿਨ੍ਹਾਂ ਦੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ 20 ਜਾਂ 20 ਤੋਂ ਵੱਧ ਜਿੱਥੇ ਵੀ EMPLOYEES ਕਿਸੇ ਵੀ ਅਦਾਰੇ ਵਿੱਚ ਕੰਮ ਕਰਦੇ ਹੈ, ਉਹਨਾਂ ਦੇ ਉੱਤੇ ਲਾਗੂ ਹੁੰਦਾ ਹੈ। ਅਤੇ ਉਹਨਾਂ ਨੂੰ ਸਾਰਿਆਂ ਦਾ PF ਸਾਡੇ ਕੋਲ ਜਮ੍ਹਾਂ ਕਰਾਉਣਾ ਪੈਂਦਾ ਹੈ। ਇਹਦੇ ਵਿੱਚ 20 ਤੋਂ ਉੱਪਰ ਤਾਂ ਕੰਪਲਸਰੀ ਹੈ, 20 ਤੋਂ ਥੱਲੇ ਵੀ ਜਿਹੜੇ ਵੀ ਇੰਪਲੋਇਰ ਮਤਲਬ ਬੈਨੀਫੀਸ਼ੀਅਲ ਇਹ ਪ੍ਰੋਵੀਜ਼ਨ ਨੂੰ ਲਾਗੂ ਕਰਨਾ ਚਾਹੁੰਦੇ ਆ, ਉਹ ਵੋਲੰਟਰੀ ਉਹਦੇ ਵਿੱਚ ਆ ਸਕਦੇ ਆ, ਆਪਣੇ EMPLOYEES ਦਾ ਜਿਹੜੇ ਭਲਾ ਕਰਨਾ ਚਾਹੁੰਦੇ ਆ, ਅਤੇ ਉਹਨਾਂ ਨੂੰ ਵੀ ਅਸੀਂ ਆਪਣੇ ਐਕਟ ਦੇ ਵਿੱਚ ਕਵਰ ਕਰਦੇ ਹਾਂ, ਉਹ ਵੋਲੰਟਰੀ ਕਵਰੇਜ ਆ ਜਾਂਦੇ ਆ। EPF 'ਤੇ ਜੇ ਅਗਰ ਜ਼ਿਆਦਾਤਰ ਮੈਂ ਫੋਕਸ ਕਰਾਂ, ਕਿਉਂਕਿ ਜ਼ਿਆਦਾਤਰ ਜਿਹੜੇ EMPLOYE ਨੇ ਉਹ ਤੁਹਾਡੇ ਵਾਲੇ ਦਾਇਰੇ 'ਚ ਹੀ ਆਉਂਦੇ, ਪ੍ਰਾਈਵੇਟ ਜਿਹੜੇ ਵੀ ਦਾਇਰੇ ਨੇ, ਜਾਂ ਜਿਹੜੀਆਂ ਛੋਟੀਆਂ ਕੰਪਨੀਆਂ ਨੇ, ਜਾਂ ਜਿਨ੍ਹਾਂ ਨੇ 10 ਤੇ 15 ਰੱਖੇ ਨੇ, ਜਾਂ ਜਿਹੜੇ ਆਪਣਾ ਇੱਕ ਪ੍ਰਾਈਵੇਟ ਅਕਾਊਂਟ ਵੀ ਖੋਲ੍ਹ ਲੈਂਦੇ ਨੇ ਮਤਲਬ ਬਖ ਤੋਂ। ਅਤੇ ਜੇਕਰ ਲੋਕਾਂ 'ਚ ਨਾ ਤਰ੍ਹਾਂ ਦੀਆਂ ਜਿਹੜੀਆਂ ਭ੍ਰਾਂਤੀਆਂ ਫੈਲੀਆਂ ਹੋਈਆਂ ਨੇ ਕਿ ਜੀ ਪੈਸਾ ਫਸ ਜਾਂਦਾ ਹੈ, ਜਾਂ ਜਿਹੜੀਆਂ ਵੱਖ-ਵੱਖ ਕੰਪਨੀਆਂ ਆਉਂਦੀਆਂ ਨੇ, ਤੁਹਾਨੂੰ ਪਤਾ ਮੁਲਕ ਦੇ ਵਿੱਚ ਕਈ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਨੇ, ਅਤੇ ਉਹਨਾਂ ਲੋਕਾਂ ਨੂੰ ਜਿਹੜੀ ਭਾਰਤ ਸਰਕਾਰ ਜਾਂ ਤੁਹਾਡਾ ਜਿਹੜਾ ਮਹਿਕਮਾ EPF ਉਹ ਕਿਵੇਂ ਵਰਕ ਕਰ ਰਿਹਾ ਕਿ ਉਹਨਾਂ ਨੂੰ ਵਧੀਆ ਜਾਣਕਾਰੀ ਸਹੀ ਤਰੀਕੇ ਨਾਲ ਪਹੁੰਚਾਈ ਜਾਵੇ? ਦੇਖੋ, ਪਿਛਲੇ ਦਿਨਾਂ ਦੇ ਵਿੱਚ ਮਤਲਬ ਪਿਛਲੇ 5-6 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਇੱਕ ਨਵਾਂ ਲਾਂਚ ਕੀਤਾ ਗਿਆ ਯੂਨੀਵਰਸਲ ਅਕਾਊਂਟ ਨੰਬਰ। ਸਭ ਤੋਂ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਸੀਗੀ ਕਿਸੇ ਨੂੰ ਵੀ, ਉਹ ਆਉਂਦੀ ਸੀਗੀ ਦਿੱਕਤ ਜਦੋਂ ਬੰਦਾ ਟਰਾਂਸਫਰ ਹੋ ਕੇ ਦੂਜੀ ਜਗ੍ਹਾ ਜਾਂਦਾ ਸੀਗਾ ਨਾ, ਅਤੇ ਉਦੋਂ ਪ੍ਰੋਬਲਮਸ ਆਉਂਦੀਆਂ ਸੀਗੀਆਂ ਵੀ, ਖਾਸ ਕਰ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਦੋਂ ਟਰਾਂਸਫਰ ਹੁੰਦੀ ਸੀ ਬੰਦੇ ਦੀ, ਜਾਂ ਨੌਕਰੀ ਉਹ ਚੇਂਜ ਕਰਦਾ ਸੀ, ਅਤੇ ਉਹਨਾਂ ਨੂੰ ਪੈਸਾ ਆਪਣਾ ਟਰਾਂਸਫਰ ਕਰਾਉਣ 'ਚ ਦਿੱਕਤ ਆਉਂਦੀ ਸੀਗੀ ਵੀ ਉਹ ਨਹੀਂ ਸੀ ਹੁੰਦਾ, ਅਤੇ ਇਸ ਤੋਂ ਦੁਖੀ ਹੋ ਕੇ ਲੋਕ ਕਈ ਵਾਰੀ ਕਢਾ ਵੀ ਲੈਂਦੇ ਸੀਗੇ ਪੈਸਾ ਆਪਣਾ, ਜਾਂ ਉਹ ਨਹੀਂ ਨਿਕਲਵਾ ਪਾਉਂਦੇ ਸੀ। ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਮਹਿਕਮੇ ਨੇ ਯੂਨੀਵਰਸਲ ਅਕਾਊਂਟ ਨੰਬਰ ਇੱਕ ਨਵਾਂ ਲਾਂਚ ਕੀਤਾ, ਜਿਹੜਾ ਕਿ KYC ਦੇ ਨਾਲ ਲਿੰਕ ਹੁੰਦਾ ਹੈ। ਮਤਲਬ ਉਹਦੇ ਵਿੱਚ ਆਧਾਰ, ਬੈਂਕ ਅਕਾਊਂਟ ਅਤੇ ਪੈਨ, ਇਹ 3 ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਲਿੰਕ ਕੀਤੀਆਂ ਜਾਂਦੀਆਂ, ਜਸਟ ਟੂ ਆਈਡੈਂਟੀਫਾਈ ਦ ਐਕਚੁਅਲ EMPLOYE, ਤਾਂ ਕਿ ਕੱਲ੍ਹ ਨੂੰ ਕੋਈ ਉਹਦੇ ਵਿੱਚ ਫਰਾਡ ਵਗੈਰਾ ਕੋਈ ਨਾ ਕਰ ਪਾਵੇ। ਅਤੇ ਉਹ ਜਿਹੜਾ ਹੈਗਾ ਉਹਨਾਂ ਨੂੰ ਜਦੋਂ ਅਸੀਂ ਦਿੰਦੇ ਹਾਂ, ਮਤਲਬ ਇਹ ਲਿੰਕ ਕਰ ਲੈਂਦੇ ਹਾਂ KYC, ਅਤੇ ਉਹ ਆਪਣਾ ਕਿਧਰੇ ਵੀ ਜਾ ਕੇ ਜੁਆਇਨ ਕਰਦਾ ਹੈ। ਮੰਨ ਲਓ ਇੱਥੋਂ ਅੱਜ EMPLOYE ਹੈਗਾ, ਉਹ ਜਾ ਕੇ ਤਾਮਿਲਨਾਡੂ ਦੇ ਵਿੱਚ ਜਾਂ ਕਰਨਾਟਕਾ 'ਚ ਕਿਧਰੇ ਵੀ ਜੁਆਇਨ ਕਰਦਾ ਹੈ, ਉਹਨੂੰ ਕੋਈ ਕਲੇਮ ਫਾਈਲ ਕਰਨ ਦੀ ਲੋੜ ਨਹੀਂ ਹੈਗੀ। ਉਹ ਜਿਸ ਤਰ੍ਹਾਂ ਹੀ ਆਪਣਾ UN ਨੰਬਰ ਉੱਥੇ ਆਪਣੇ ਨਵੇਂ ਇੰਪਲੋਇਰ ਨੂੰ ਦੇਵੇਗਾ, ਉਹ ਜਿਸ ਤਰ੍ਹਾਂ ਹੀ ਉਹਦਾ ECR ਜਿਹੜਾ ਚਲਾਨ ਜਮ੍ਹਾਂ ਇੰਪਲੋਇਰ ਕਰੇਗਾ, ਸਾਡੇ ਰਿਕਾਰਡ ਦੇ ਵਿੱਚ ਉਹਦਾ UN ਰਜਿਸਟਰ ਹੋ ਜਾਏਗਾ, ਔਰ ਉਹ ਪੁਰਾਣਾ ਜਿੱਥੇ ਵੀ ਉਹਨੇ ਕੰਮ ਕੀਤਾ ਹੋਏਗਾ ਉਹਦੇ ਆਟੋ ਕਲੇਮ ਜਨਰੇਟ ਹੋ ਜਾਏਗਾ, ਔਰ ਉਹ ਪੈਸਾ ਅਸੀਂ ਉਸ ਦੇ ਨਵੇਂ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦੇਵਾਂਗੇ। ਠੀਕ ਹੈ, ਇਹ ਇਸ ਕਰਕੇ ਜਿਹੜਾ ਹੈਗਾ UN ਬਹੁਤ ਜ਼ਰੂਰੀ, ਬਹੁਤ ਅੱਛਾ ਇੱਕ ਕਦਮ ਲਿੱਤਾ ਹੈਗਾ ਸਰਕਾਰ ਨੇ। ਉਹਦੇ ਵਿੱਚ ਹੁਣ ਇਹਨਾਂ ਨੇ, ਕਿਉਂਕਿ ਇੱਕ ਆਧਾਰ ਨੋਟੀਫਿਕੇਸ਼ਨ ਹੋ ਚੁੱਕੀ ਹੈ, ਸੋਸ਼ਲ ਸਿਕਿਉਰਿਟੀ ਕੋਡ ਜਿਹੜਾ ਆ ਰਿਹਾ ਹੈ, ਉਹਦੇ ਵਿੱਚ ਸੈਕਸ਼ਨ 142 ਦੀ ਨੋਟੀਫਿਕੇਸ਼ਨ ਸਰਕਾਰ ਨੇ ਕਰਤੀ ਹੈ, ਜਿਹਦੇ ਵਿੱਚ ਆਧਾਰ ਕੰਪਲਸਰੀ ਕਰਤਾ ਗਿਆ ਹੈ। ਠੀਕ ਹੈ, ਹੁਣ 1 ਦਸੰਬਰ 2012 ਤੋਂ ਉਹੀ ਬੰਦੇ ਪੈਸੇ ਜਮ੍ਹਾਂ ਕਰ ਪਾਉਣਗੇ ਜਿਨ੍ਹਾਂ ਦੇ ਆਧਾਰ ਵੈਰੀਫਾਈਡ ਹੈ, ਔਰ ਆਧਾਰ ਮਤਲਬ ਉਹਨਾਂ ਨੇ ਇੱਕ ਤਾਂ ਸੀਡਿੰਗ ਵੀ ਕੀਤੀ ਹੋਈ ਹੈ, ਔਰ ਉਹਨਾਂ ਦੇ ਵੈਰੀਫਿਕੇਸ਼ਨ ਮਤਲਬ ਆਧਾਰ ਦੀ ਸਾਈਟ ਤੋਂ ਵੈਰੀਫਾਈ ਹੋਇਆ ਵੀ ਇਹ ਬੰਦਾ ਜੈਨੂਇਨ ਹੈ, ਉਹੀ ਬੰਦੇ ਪੈਸਾ ਜਮ੍ਹਾਂ ਕਰ ਪਾਉਣਗੇ। ਸਾਡੇ ਚੰਡੀਗੜ੍ਹ ਦੇ ਵਿੱਚ ਜ਼ੋਨ ਦੇ ਰੀਜਨਲ ਆਫਿਸ ਦੇ ਵਿੱਚ ਅਸੀਂ ਕਾਫੀ ਅੱਛਾ 99% ਲੋਕਾਂ ਦੇ ਆਧਾਰ ਅਸੀਂ ਆਪਣੇ ਮੈਂਬਰਸ ਦੇ ਜੋੜ ਚੁੱਕੇ ਹਾਂ। 1% ਦਾ ਜਿਹੜਾ ਡਿਫਰੈਂਸ ਹੈਗਾ, ਉਹਨਾਂ ਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦੇ ਵੀ ਜਿਹੜੇ ਹੈਗੇ ਆ ਨਾਲ ਜੁੜ ਜਾਣ, ਵੀ ਆਧਾਰ ਵੈਰੀਫਾਈ ਹੋ ਜਾਣ, ਤਾਂ ਕਿ ਉਹਨਾਂ ਦੇ ਵੀ ਪੈਸਾ ਜਮ੍ਹਾਂ ਕਰਨ ਦੇ ਵਿੱਚ 1 ਦਸੰਬਰ ਤੋਂ ਬਾਅਦ ਕੋਈ ਦਿੱਕਤ ਨਾ ਆਵੇ। ਜੀ ਦੇਖੋ ਮਹਿੰਗੀ ਸਾਹਿਬ, ਇੱਕ ਡਿਜੀਟਲਾਈਜੇਸ਼ਨ ਦੀ ਵੀ ਤੁਸੀਂ ਨਾਲ ਦੀ ਨਾਲ ਗੱਲ ਕਰ ਰਹੇ ਹੋ, ਤੁਸੀਂ ਵਧੀਆ ਜਿਸ ਤਰੀਕੇ ਨਾਲ EPF ਕੰਮ ਕਰ ਰਿਹਾ, ਤੁਸੀਂ ਵੀ ਆਪ ਦੱਸ ਰਹੇ ਹੋ, ਲੇਕਿਨ ਇੱਕ ਆਪਣਾ ਜਿਹੜੇ ਚੰਡੀਗੜ੍ਹ ਤੋਂ ਇਲਾਵਾ, ਮੋਹਾਲੀ ਤੋਂ ਇਲਾਵਾ ਜੇਕਰ ਪੇਂਡੂ ਖੇਤਰਾਂ ਦੀ ਗੱਲ ਕੀਤੀ ਜਾਵੇ, ਲੋਕ ਇਤਨੇ ਪੜ੍ਹੇ ਲਿਖੇ ਨਹੀਂ ਹੁੰਦੇ ਜ਼ਿਆਦਾਤਰ, ਅਜੇ ਵੀ ਜੇਕਰ ਮੈਂ ਗੱਲ ਕਰਾਂ ਤਾਂ 40-60 ਦੀ ਰੇਸ਼ੋ ਵੀ ਆ ਸਕਦੀ ਹੈ, ਜੇਕਰ ਤੁਸੀਂ ਡਾਟਾ ਵੀ ਕਲੈਕਟ ਕਰੋ ਕਿ ਆਫਲਾਈਨ ਤੇ ਆਨਲਾਈਨ ਦਾ ਪ੍ਰੋਸੈਸ ਅਜੇ ਵੀ ਚੱਲਿਆ ਰਹਿੰਦਾ। ਅਤੇ ਜਿਹੜੇ ਲੋਕ ਡਿਜੀਟਲ ਤਰੀਕੇ ਦੇ ਨਾਲ ਜਾਂ ਨੋਮੀਨੇਸ਼ਨ ਦੀ ਪ੍ਰਕਿਰਿਆ 'ਚ ਇੰਨੇ ਕਾਮਯਾਬ ਨਹੀਂ ਹੋ ਸਕਦੇ, ਉਹਨਾਂ ਲਈ EPF ਕੀ ਰਾਹ ਕੱਢ ਲਿਆ? ਦੇਖੀਏ, ਇਹਦੇ ਜ਼ਰੂਰੀ ਨਹੀਂ ਹੈਗਾ ਵੀ ਹਰ ਚੀਜ਼ ਤੁਹਾਨੂੰ ਕੰਪਿਊਟਰ ਤੋਂ ਹੀ ਕਰਨੀ ਹੈ। ਅੱਜ ਕੱਲ੍ਹ ਸਭ ਕੋਲ ਮੋਬਾਈਲ ਹੈਗੇ ਹੈ, ਮੋਬਾਈਲ ਦੇ ਥਰੂ ਵੀ ਉਮੰਗ ਐਪ ਹੈਗੀ ਹੈ, ਗਵਰਨਮੈਂਟ ਆਫ ਇੰਡੀਆ ਦੀ ਐਪ ਹੈ, ਉਹਦੇ ਵਿੱਚ ਵੀ ਉਮੰਗ ਐਪ ਦੇ ਵਿੱਚ ਜਾ ਕੇ ਉਹ ਜੋ ਵੀ ਸਰਵਿਸਿਜ਼ ਹੈਗੀਆਂ, ਚਾਹੇ ਉਹ ਪ੍ਰੋਵੀਡੈਂਟ ਫੰਡ ਵਿਡਰੋਲ ਦੀਆਂ ਸਰਵਿਸਿਜ਼ ਹੈ, ਐਡਵਾਂਸ ਦੀਆਂ ਸਰਵਿਸਿਜ਼ ਹੈ, ਪੈਨਸ਼ਨ ਦੀਆਂ ਸਰਵਿਸਿਜ਼ ਹੈਗੀਆਂ, ਉਹ ਉਮੰਗ ਐਪ ਦੇ ਥਰੂ ਸਾਰੇ ਅਵੇਲ ਕਰ ਸਕਦੇ ਨੇ। ਔਰ ਉਹ ਮੋਬਾਈਲ ਦੇ ਵਿੱਚ ਅੱਜ ਕੱਲ੍ਹ, ਕਿਉਂਕਿ ਹਰ ਆਦਮੀ ਕੋਲ ਮੋਬਾਈਲ ਤਾਂ ਹੁੰਦਾ ਹੀ ਹੈ, ਅਤੇ ਮੋਬਾਈਲ ਦੇ ਥਰੂ ਉਹ ਸਰਵਿਸਿਜ਼ ਉਹਨਾਂ ਨੂੰ ਅਸੀਂ ਦਿੰਦੇ ਹਾਂ। ਠੀਕ ਹੈ, ਅਤੇ ਨੋਮੀਨੇਸ਼ਨ ਦੀ ਵੀ ਜਿਹੜੀ ਹੈ ਸਰਵਿਸ ਅਸੀਂ ਕੋਸ਼ਿਸ਼
ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਹੋਰ ਜ਼ਿਆਦਾ ਈਜ਼ੀ ਹੋਰ ਬਣਾਤਾ ਜਾਵੇ ਤਾਂ ਕਿ ਜਿਹੜਾ ਤੁਸੀਂ ਤਬਕੇ ਦੀ ਗੱਲ ਕਰ ਰਹੇ ਹੋ ਉਹ ਵੀ ਈਜ਼ੀਲੀ ਇਹਨੂੰ ਫਾਈਲ ਕਰ ਸਕਣ। ਅੱਜ ਦੀ ਡੇਟ 'ਚ ਅਸੀਂ ਸਭ ਦੀ ਹੈਂਡ ਹੋਲਡਿੰਗ ਕਰ ਰਹੇ ਹਾਂ, ਅਸੀਂ ਕੈਂਪਸ ਲਗਾ ਰਹੇ ਹਾਂ ਅਲੱਗ-ਅਲੱਗ ਵੱਡੀਆਂ ਐਸਟੈਬਲਿਸ਼ਮੈਂਟ 'ਚ ਜਾ ਕੇ, ਤਾਂ ਕਿ ਸਾਡੇ ਇੰਸਪੈਕਟਰ ਸਾਰੇ ਇਸੀ ਕੰਮ ਤੇ ਲੱਗੇ ਹੋਏ ਨੇ ਤੇ ਸਾਡੇ ਸਟਾਫ ਦੇ ਵੀ ਬੰਦੇ ਨਾਲ ਉਹਨਾਂ ਦੇ ਜਾ ਕੇ ਉਹ ਕੈਂਪਸ ਦੇ ਵਿੱਚ ਇੱਕ ਬੰਦੇ ਨੂੰ ਮਤਲਬ ਬਿਠਾ ਕੇ ਆਪਣੇ ਕੋਲ ਉਹਨਾਂ ਦੇ ਈ ਨੋਮੀਨੇਸ਼ਨ ਅਸੀਂ ਫਾਈਲ ਕਰਵਾ ਰਹੇ ਹਾਂ, ਔਰ ਕਿਸੇ ਦੀ KYC ਦੀ ਕੋਈ ਦਿੱਕਤ ਹੈਗੀ ਹੈ ਉਹਨੂੰ ਵੀ ਸੋਲਵ ਨਾਲ ਕੀਤਾ ਜਾ ਰਿਹਾ ਹੈ। ਜੀ ਚਲੋ EPFO ਬੜੇ ਚੰਗੇ ਤਰੀਕੇ ਨਾਲ ਆਪਣੀਆਂ ਸੇਵਾਵਾਂ ਦੇ ਰਿਹਾ ਤੇ ਲੋਕੀ ਵੀ ਇਹਦਾ ਫਾਇਦਾ ਲੈ ਰਹੇ ਨੇ ਤੇ ਤੁਸੀਂ ਵੀ ਵੱਖ-ਵੱਖ ਥਾਵਾਂ ਤੇ ਸੇਵਾਵਾਂ ਦੇ ਚੁੱਕੇ ਨੇ। ਦਰਸ਼ਕਾਂ ਨੂੰ ਮੈਂ ਦੱਸਦਾ ਵਾਂ, ਇੱਥੋਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਜਿਹੜੇ ਆਪਣੇ ਮਹਿੰਗੀ ਸਾਹਿਬ ਨੇ ਉਹ ਗੁਜਰਾਤ ਦੇ ਵਿੱਚ ਸੇਵਾ ਦੇ ਚੁੱਕੇ ਨੇ ਤੇ ਉੱਥੇ ਵੀ ਇਹਨਾਂ ਦੇ ਲੋਕਾਂ ਵੱਲੋਂ ਜਿਹੜੇ ਕੰਮ ਇਹਨਾਂ ਨੇ ਕੀਤੇ ਨੇ ਉਹ ਕਾਫੀ ਸਰਾਹੇ ਗਏ ਨੇ ਤੇ ਹੋਰ ਕਿਥੇ ਅਜੇ ਤੱਕ ਸਫਲ ਰਹਿ ਚੁੱਕੇ ਇਸ ਮਹਿਕਮੇ 'ਚ। ਜੀ ਦੇਖੋ, ਗੁਜਰਾਤ ਦੇ ਵਿੱਚ ਭਾਰੂਚ ਵਿੱਚ ਰਿਹਾ, ਉਸ ਤੋਂ ਪਹਿਲਾਂ ਮੈਂ ਲੁਧਿਆਣੇ ਵੀ ਰਿਹਾ, ਉਸ ਤੋਂ ਪਹਿਲਾਂ ਮੇਰਠ, ਜੋਧਪੁਰ, ਉਦੈਪੁਰ ਤੇ ਅੰਮ੍ਰਿਤਸਰ ਤੇ ਚੰਡੀਗੜ੍ਹ 'ਚ ਪਹਿਲੀ ਵਾਰੀ ਪੋਸਟਿੰਗ ਹੋਈ ਹੈ ਮੇਰੀ। ਇਹ ਮੇਰਾ ਹੋਮ ਟਾਊਨ ਕਹਿ ਲਓ, ਹੋਮ ਸਟੇਟ ਵੀ ਹੈਗੀ ਹੈ ਤੇ ਇਹਨਾਂ ਜਗ੍ਹਾਵਾਂ ਤੇ ਹਜੇ ਤੱਕ ਮੈਂ ਕੰਮ ਕੀਤਾ ਹੈ। ਉੱਤਰ ਭਾਰਤ ਦੇ ਨਾਲ ਤੁਸੀਂ ਪੰਜਾਬ ਵੀ ਲਗਭਗ ਮਾਝਾ ਮਾਲਵਾ ਦੁਆਬਾ ਕਵਰ ਕਰ ਹੀ ਰਿਹਾ ਤੇ ਹੁਣ ਜਿਹੜੇ ਕਿਹੜੇ ਡਿਸਟ੍ਰਿਕਟ ਤੁਹਾਡੇ ਅੰਡਰ ਇੱਥੇ ਕੰਮ ਕਰ ਰਹੇ ਨੇ? ਇੱਥੇ ਸਾਡੇ ਕੋਲ ਹੈਗੇ ਜੀ ਚੰਡੀਗੜ੍ਹ ਹੈਗਾ UT, ਉਸ ਤੋਂ ਇਲਾਵਾ ਮੋਹਾਲੀ ਡਿਸਟ੍ਰਿਕਟ ਹੈਗਾ, ਰੋਪੜ, ਫਤਿਹਗੜ੍ਹ ਸਾਹਿਬ ਤੇ ਪਟਿਆਲਾ। ਇਹ ਜਿਹੜੇ ਡਿਸਟ੍ਰਿਕਟਸ ਨੇ ਇਹ ਚੰਡੀਗੜ੍ਹ ਆਫਿਸ ਤੋਂ ਦੇਖੇ ਜਾਂਦੇ ਨੇ। ਤੇ ਇਹਨਾਂ ਅੰਡਰ ਜਿਹੜੇ ਮਹਿਕਮੇ ਦੇ ਵਿੱਚ ਤੁਹਾਡਾ ਸਟਾਫ ਆਉਂਦਾ, ਉਹਨਾਂ ਦੀਆਂ ਮੀਟਿੰਗਾਂ ਡਿਜੀਟਲ ਤਰੀਕੇ ਨਾਲ ਹੋ ਰਹੀਆਂ ਨੇ ਜਾਂ ਕਿਵੇਂ ਹੋ ਰਹੀਆਂ ਨੇ? ਕਿਉਂਕਿ ਨਵੇਂ ਜਿਹੜੇ ਤੁਸੀਂ ਵੀ ਅਜੇ ਨਵੇਂ ਆਏ ਹੋ ਤੇ ਅਜੇ ਸਟਾਫ ਨਾਲ ਵੀ ਰਾਬਤਾ ਹੌਲੀ ਬਣ ਰਿਹਾ, ਕਹਿੰਦੇ ਸਟਾਫ ਵੀ ਤੁਹਾਨੂੰ ਮਿਲਣ ਦਾ ਕਾਫੀ ਇੱਛੁਕ ਆ ਤੇ ਇੱਕ ਪਾਸੇ ਅਜੇ ਵੀ ਕਰੋਨਾ ਦਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਮਾਹੌਲ ਆ ਤੇ ਉਹਦੇ ਲਈ ਸਟਾਫ ਨੂੰ ਜਾਂ ਜਿਹੜੇ ਤੁਹਾਡੇ ਨਾਲ ਦੇ ਕੰਮ ਕਰਨ ਵਾਲੇ ਕੁਲੀਗ ਨੇ ਉਹਨਾਂ ਨੂੰ ਕੀ ਗੱਲ ਕਹੋਗੇ? ਦੇਖੋ, ਅਸੀਂ ਫਿਲਹਾਲ ਤਾਂ ਅਸੀਂ ਵੀ ਥੋੜ੍ਹਾ ਜੋ ਵੀ ਗਵਰਨਮੈਂਟ ਆਫ ਇੰਡੀਆ ਦੇ ਨੋਰਮਸ ਹੈਗੇ ਆ ਸੋਸ਼ਲ ਡਿਸਟੈਂਸਿੰਗ ਦੇ, ਉਹਨੂੰ ਫੋਲੋ ਕਰਕੇ ਹੀ ਕੰਮ ਕਰਦੇ ਹਾਂ ਔਰ ਕੋਸ਼ਿਸ਼ ਇਹੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜਾ ਹੈਗਾ ਅਸੀਂ ਆਪਣੇ ਸਟਾਫ ਨਾਲ ਜੋ ਕੰਮ ਲੈਣਾ ਆਨਲਾਈਨ ਹੀ ਉਹਨਾਂ ਨੂੰ ਕੀਤਾ ਜਾਏ। ਸਾਡੇ WhatsApp ਦੇ ਗਰੁੱਪ ਵੀ ਬਣੇ ਹੋਏ ਹੈ। ਉਸ ਤੋਂ ਇਲਾਵਾ ਸਾਡੀ ਜਿਹੜੀ ਅੱਜ ਕੱਲ੍ਹ ਤਾਂ ਤੁਸੀਂ ਇਹ ਦੇਖੋ ਵੀ ਇੰਪਲੋਇਰਸ ਨੂੰ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਦਫ਼ਤਰ ਨਾ ਆਉਣਾ ਪਵੇ। ਕੋਈ ਪ੍ਰੋਸੀਡਿੰਗਸ ਵੀ ਹੁੰਦੀਆਂ ਉਹ ਵੀ ਸਾਡੀ ਆਨਲਾਈਨ ਹੁੰਦੀਆਂ, WebEx 'ਤੇ ਹੁੰਦੀਆਂ। ਇੰਪਲੋਇਰ ਨੇ ਕੋਈ ਡਾਕੂਮੈਂਟ ਵੀ ਸਾਡੇ ਮਹਿਕਮੇ ਨੂੰ ਪੇਸ਼ ਕਰਨਾ ਹੈਗਾ ਉਹ ਆਨਲਾਈਨ ਹੀ ਸਬਮਿਟ ਕਰਦਾ ਹੈਗਾ। ਅਸੀਂ ਇਹੀ ਪ੍ਰੈਫਰ ਕਰਦੇ ਹਾਂ ਵੀ ਜਿਹੜਾ ਕੋਈ ਵੀ ਫਿਜ਼ੀਕਲ ਜਿਹੜਾ ਇੰਟਰੈਕਸ਼ਨ ਹੈਗਾ ਉਹ ਟਰਾਂਸਪੇਰੈਂਸੀ ਨੂੰ ਵੀ ਵਧਾਉਂਦਾ ਹੈ, ਕਰਪਸ਼ਨ ਵੀ ਇੱਕ ਤਰ੍ਹਾਂ ਨਾਲ ਖਤਮ ਹੁੰਦੀ ਹੈ ਉਹਦੇ ਨਾਲ। ਤੇ ਉਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਨਲਾਈਨ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹ ਕਰਦੇ ਹਾਂ ਵੀ ਕਰੇ। ਲੇਕਿਨ ਫਿਰ ਵੀ ਜੇ ਅਸੀਂ ਦੇਖਦੇ ਹਾਂ ਵੀ ਜੇ ਕੋਈ ਆਦਮੀ ਇਨਕੈਪੇਬਲ ਹੈਗਾ, ਆਨਲਾਈਨ ਇੰਨਾ ਨਹੀਂ ਉਹ ਕਰ ਸਕਦਾ, ਤੇ ਫਿਜ਼ੀਕਲ ਵੀ ਅਸੀਂ ਸਰਵਿਸਿਜ਼ ਜੋ ਪਹਿਲਾਂ ਦਿੰਦੇ ਸੀਗੇ ਉਹ ਵੀ ਅਸੀਂ ਬੰਦ ਨਹੀਂ ਕੀਤੀਆਂ, ਉਹ ਵੀ ਅਸੀਂ ਦੇ ਹੀ ਰਹੇ ਹਾਂ। ਅੱਛਾ, ਇੱਕ ਚੀਜ਼ ਮਹਿੰਗੇ ਸਾਹਿਬ ਦੇਖਣ ਨੂੰ ਮਿਲੀ ਹੈ ਕਰੋਨਾ ਕਾਲ ਦੇ ਵਿੱਚ ਕਿ ਜਦੋਂ ਕਰੋਨਾ ਕਾਲ ਸੀਗਾ ਤਾਂ ਲੋਕ ਨਾ ਵੱਡੀ ਗਿਣਤੀ ਦੇ ਵਿੱਚ ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਾਂ ਹੋਰ ਵੀ ਚੀਜ਼ਾਂ ਹੋਈਆਂ ਤੇ ਲੋਕਾਂ ਨੂੰ ਆਰਥਿਕ ਤੌਰ ਤੇ ਬੜਾ ਨੁਕਸਾਨ ਹੋਇਆ ਤੇ ਉਸ ਵੇਲੇ ਜਿਹੜੇ ਡਾਟੇ ਦੇਖੇ ਗਏ ਕਿ PF ਹੋ ਗਿਆ, GPF ਹੋ ਗਿਆ, ਲੋਕਾਂ ਵੱਲੋਂ ਕਾਫੀ ਕਢਾਇਆ ਗਿਆ ਤੇ ਲੋਕਾਂ ਨੇ ਉਸ ਦਰਮਿਆਨ ਕਾਫੀ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕੇਸ ਕਰਤੇ ਜਾਂ ਕਈਆਂ ਨੂੰ ਦਿੱਕਤ ਪਰੇਸ਼ਾਨੀ ਆਈ ਜਾਂ ਜਿਹੜੇ ਦਫ਼ਤਰ ਨਹੀਂ ਪਹੁੰਚ ਸਕੇ ਉਹਨਾਂ ਨੇ ਵੱਖ-ਵੱਖ ਜਿਹੜੇ ਦਾਅ ਪੇਚ ਆਪਣੇ ਅਪਣਾਏ। ਤਾਂ EPFO 'ਚ ਵੀ ਕੀ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ? ਨਹੀਂ, ਇੱਦਾਂ ਦਾ ਤਾਂ ਕੁਝ ਨਹੀਂ ਸੀਗਾ, ਲੇਕਿਨ ਕਿਉਂਕਿ ਸਾਡੇ ਮੈਂ ਤੁਹਾਨੂੰ ਦੱਸਿਆ ਜਿੱਦਾਂ 99% ਜਿਹੜੇ ਸਾਡੇ ਇੰਪਲੋਈਜ਼ ਹੈਗੇ ਉਹਨਾਂ ਦੇ ਆਧਾਰ ਸਾਡੇ ਕੋਲ ਆਧਾਰ ਦੇ ਨਾਲ ਜੁੜੇ ਹੋਏ ਹੈ ਤੇ ਉਹਨਾਂ ਨੂੰ ਇੱਦਾਂ ਦੀ ਦਿੱਕਤ ਕੋਈ ਨਹੀਂ ਆਈ। ਬਲਕਿ ਸਾਡੇ ਮਹਿਕਮੇ ਨੇ ਤਾਂ ਇੱਕ ਐਡਵਾਂਸ ਨਵਾਂ ਕੋਵਿਡ ਐਡਵਾਂਸ ਦੇ ਨਾਮ ਤੋਂ ਇੱਕ ਨਵਾਂ ਐਡਵਾਂਸ ਸ਼ੁਰੂ ਕੀਤਾ ਜਿਹਦੇ ਵਿੱਚ ਕਿ 2 ਵਾਰ ਬੰਦਾ ਆਪਣਾ ਇਹ ਸਿਰਫ ਉਹਨੂੰ ਰੀਜ਼ਨ ਕੋਈ ਨਹੀਂ ਦੇਣਾ, ਉਹ ਆਪਣਾ ਐਡਵਾਂਸ ਪੈਸਾ ਕਢਾ ਸਕਦਾ ਸੀਗਾ। 50% ਆਫ ਹਿਜ਼ ਮਨੀ ਉਹ ਆਪਣਾ ਕਢਵਾ ਸਕਦਾ ਸੀਗਾ ਔਰ 2 ਵਾਰ ਉਹਨੂੰ ਚਾਂਸ ਮਤਲਬ ਹੈਗਾ ਉਹ ਕਢਵਾਉਣ ਦਾ ਪੈਸਾ। ਉਹਦੇ ਵਿੱਚ ਅਸੀਂ ਬਹੁਤ ਲੋਕਾਂ ਦੀ ਮਦਦ ਕਰ ਪਾਏ ਔਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਵੀ ਜਿਸ ਟਾਈਮ ਕੋਵਿਡ ਹਾਈਟ 'ਤੇ ਸੀਗਾ ਉਸ ਟਾਈਮ ਵੀ ਸਾਡਾ ਦਫ਼ਤਰ ਕਿਉਂਕਿ ਐਸੈਂਸ਼ੀਅਲ ਸਰਵਿਸ ਦੇ ਵਿੱਚ ਆ ਰਿਹਾ ਸੀਗਾ ਤੇ ਇਹ ਇੱਕ ਦਿਨ ਵੀ ਬੰਦ ਨਹੀਂ ਹੋਇਆ। ਠੀਕ ਹੈ, ਅਸੀਂ ਆਪਣਾ ਕੋਵਿਡ ਪ੍ਰੋਟੋਕੋਲਸ ਨੂੰ ਫੋਲੋ ਕਰਦੇ ਹੋਏ ਜਿਸ ਤਰ੍ਹਾਂ ਗਵਰਨਮੈਂਟ ਆਫ ਇੰਡੀਆ ਦੀ ਡਾਇਰੈਕਸ਼ਨ ਸੀਗੀਆਂ ਵੀ 50% ਜਾਂ 33% ਸਟਾਫ ਦੇ ਨਾਲ ਕੰਮ ਕੀਤਾ, ਲੇਕਿਨ ਬੰਦ ਇੱਕ ਦਿਨ ਵੀ ਨਹੀਂ ਹੋਇਆ ਔਰ ਸਰਵਿਸਿਜ਼ ਕੰਟੀਨਿਊਡ ਅਸੀਂ ਦਿੰਦੇ ਰਹੇ ਹਾਂ। ਅਸੀਂ ਇਹੀ ਹੈ ਵੀ ਡਿਜੀਟਾਈਜੇਸ਼ਨ ਦਾ ਫਾਇਦਾ ਇਹ ਹੋਇਆ ਵੀ ਸਾਡੀ ਕਿਉਂਕਿ ਜ਼ਿਆਦਾਤਰ ਸਰਵਿਸਿਜ਼ ਜਿਹੜੀਆਂ ਹੈਗੀਆਂ 90% ਆਨਲਾਈਨ ਹੀ ਹੈਗੀਆਂ ਤੇ ਇਸ ਕਰਕੇ ਅਸੀਂ ਉਹ ਸਰਵਿਸਿਜ਼ ਮੈਂਬਰਸ ਨੂੰ ਪਹੁੰਚਾ ਪਾਏ। ਤੇ ਕਲੇਮਸ ਵੀ ਅੱਜ ਕੱਲ੍ਹ ਕਿਉਂਕਿ ਸਾਡੇ ਕੋਲ ਆਨਲਾਈਨ ਹੀ ਆਉਂਦੇ ਹੈ ਔਰ ਅਸੀਂ ਪੇਮੈਂਟ ਵੀ ਸਾਰੀ ਆਨਲਾਈਨ ਕਰਦੇ ਹਾਂ ਤੇ ਉਹ ਸਾਡੀ ਸਰਵਿਸਿਜ਼ ਕੰਟੀਨਿਊ ਰਹੀਆਂ, ਉਹਦੇ 'ਚ ਕੋਈ ਗੈਪ ਨਹੀਂ ਆਇਆ। ਤੇ ਹਰ ਚੰਗੇ ਮਾੜੇ ਵਕਤ ਤੋਂ ਬਾਅਦ ਇਨਸਾਨ ਕੁਛ ਨਾ ਕੁਛ ਸਬਕ ਲੈਂਦਾ ਤੇ EPFO ਹੁਣ ਆਪਣੇ ਜਿਹੜੇ ਵੀ ਉਹਦੇ ਨਵੇਂ ਜੁੜਨ ਵਾਲੇ ਨੇ ਕਿਉਂਕਿ ਸਾਡੇ ਜਿਹੜੇ ਇੰਟਰਵਿਊ ਦੇ ਵਿੱਚ ਤੁਸੀਂ ਕਾਫੀ ਗੱਲਾਂ ਜਿਹੜੀਆਂ ਨੇ ਸਾਫ਼ ਸਪਸ਼ਟ ਕਰਤੀਆਂ EPF ਜਾਂ PPF ਜਾਂ ਜਿਹੜਾ GPF ਦਾ ਤੇ ਹੁਣ ਕੀ ਕੁਛ ਨਵਾਂ ਤੁਸੀਂ ਆਪਣੇ ਜਿਹੜੇ ਵੀ ਇਹਦੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਨੇ ਉਹਨਾਂ ਲਈ ਹੋਰ ਕੀ ਕੁਛ ਨਵਾਂ ਲੈ ਕੇ ਆ ਰਹੇ ਹੋ?
ਦੇਖੋ ਨਵਾਂ ਤਾਂ ਅਸੀਂ ਜੋ ਹਜੇ ਇਹਨੂੰ ਕੰਸੋਲੀਡੇਟ ਕਰਦੇ ਪਏ ਹਾਂ, ਜੋ ਅਸੀਂ ਨਵੀਆਂ ਚੀਜ਼ਾਂ ਪਿਛਲੇ 6-7 ਸਾਲ ਦੇ ਵਿੱਚ ਲੈ ਕੇ ਆਏ ਹਾਂ, ਉਹਨੂੰ ਅਸੀਂ ਕੰਸੋਲੀਡੇਟ ਕਰਕੇ ਕੋਸ਼ਿਸ਼ ਸਾਡੀ ਇਹ ਹੈਗੀ ਵੀ ਜਿਹੜੇ ਸਾਡੇ ਪ੍ਰੈਜ਼ੈਂਟ EMPLOYEES ਹੈਗੇ ਆ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਸੈਟੀਸਫੈਕਸ਼ਨ ਲੈਵਲ ਤੱਕ ਦੇ ਪਾਈਏ। ਠੀਕ ਹੈ, ਉਸ ਤੋਂ ਬਾਅਦ ਅਸੀਂ ਹੋਰ ਸਾਨੂੰ ਮੈਂ ਅਪੀਲ ਵੀ ਕਰਾਂਗਾ ਕਿ ਅੱਜ ਦੀ ਡੇਟ 'ਚ ਐਸ ਪਰ ਰੂਲ ਤਾਂ 20 ਤੋਂ ਉੱਪਰ ਤਾਂ ਕੰਪਲਸਰੀ ਹੈਗਾ PF, ਉਸ ਤੋਂ ਥੱਲੇ ਜਿਹੜਾ ਹੈਗਾ ਵੋਲੰਟਰੀ ਜਿਹੜਾ ਹੈਗੇ ਉਹ ਵੀ ਲੋਕੀ ਆ ਸਕਦੇ ਆ, ਭਾਵੇਂ ਕਿਸੇ ਕੋਲ 4 EMPLOYEE ਹੈ 5 EMPLOYEE ਹੈ। ਦੇਖੋ ਉਹ ਸੋਸ਼ਲ ਵੈਲਫੇਅਰ ਕਰਨਾ ਚਾਹੁੰਦੇ, ਜੇ ਇੰਪਲਾਇਰ ਜਿਹੜਾ ਹੈਗਾ ਉਹ ਆਪਣੇ EMPLOYEES ਦਾ ਵੈਲਫੇਅਰ ਕਰਨਾ ਚਾਹੁੰਦਾ ਹੈ ਤਾਂ ਹੀ ਇਜ਼ ਆਲਵੇਜ਼ ਵੈਲਕਮ, ਸਾਡੇ ਕੋਲ ਆਏ, ਅਸੀਂ ਉਹਨੂੰ ਪੂਰੀਆਂ ਸੇਵਾਵਾਂ ਜਿੱਦਾਂ ਅਸੀਂ ਦੂਸਰੇ ਵੱਡੇ EMPLOYERS ਨੂੰ ਦੇ ਰਹੇ ਹਾਂ ਅਸੀਂ ਉਹਨੂੰ ਵੀ ਉਹੀ ਜਿਹੜੀਆਂ ਹੈਗੀਆਂ ਸਰਵਿਸਿਜ਼ ਅਸੀਂ ਦੇਵਾਂਗੇ। ਇਹਦੇ ਤੁਸੀਂ ਇਹ ਦੇਖੋ ਨਾ ਫਾਇਦਾ ਕਿੰਨਾ ਹੈਗਾ ਵੀ ਰੱਬ ਨਾ ਕਰੇ ਕੱਲ ਨੂੰ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ, ਸਾਡੇ ਕੋਲ ਜੇ ਇੱਕ ਦਿਨ ਦਾ ਵੀ ਪੈਸਾ ਕਿਸੇ ਦਾ ਆਇਆ ਹੋਇਆ, ਇੱਕ ਦਿਨ ਵੀ ਪੈਸਾ ਆ ਗਿਆ ਔਰ ਉਹਦੀ ਸਰਵਿਸ ਦੇ ਵਿੱਚ ਡੈਥ ਹੁੰਦੀ ਹੈ ਤਾਂ ਉਹਦੀ ਵਿਡੋ ਨੂੰ ਉਹਦੇ ਬੱਚਿਆਂ ਨੂੰ ਸਾਰੀ ਉਮਰ ਪੈਨਸ਼ਨ ਮਿਲਣੀ ਹੈ, ਵਿਡੋ ਨੂੰ ਸਾਰੀ ਉਮਰ, ਔਰ ਬੱਚਿਆਂ ਨੂੰ ਉਹਦੇ ਜਦ ਤੱਕ ਉਹ ਸਾਰੇ 25 ਸਾਲ ਦੇ ਨਹੀਂ ਹੋ ਜਾਂਦੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ। ਮਤਲਬ ਇਹ ਪੂਰੇ ਵਰਲਡ ਦੇ ਵਿੱਚ ਇੰਨੀ ਅੱਛੀ ਸਕੀਮ ਕਿਧਰੇ ਨਹੀਂ ਹੈਗੀ ਜਿਹੜੀ ਕਿ ਪੂਰੀ ਫੈਮਿਲੀ ਨੂੰ ਤੁਹਾਡੀ ਸੋਸ਼ਲ ਸਿਕਿਉਰਿਟੀ ਦੇ ਕੇ ਪ੍ਰੋਟੈਕਟ ਕਰਦੀ ਹੈ। ਤੇ ਮੈਂ ਤਾਂ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਵੀ ਜਿਹੜੇ ਕੰਪਲਸਰੀ ਐਕਟ ਦੇ ਵਿੱਚ ਨਹੀਂ ਆਉਂਦੇ ਉਹ ਵੀ ਵੋਲੰਟਰੀ ਇਹਦੇ ਵਿੱਚ ਆਉਣ ਤਾਂ ਕਿ ਅਸੀਂ ਉਹਨਾਂ ਨੂੰ ਵੀ ਪੂਰੀਆਂ ਸੇਵਾਵਾਂ ਦੇ ਪਾਈਏ। ਚਲੋ ਸੇਵਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗੀ ਸਾਹਿਬ ਤੇ ਜਗਬਾਣੀ ਨਾਲ ਗੱਲਬਾਤ ਕਰਨ ਲਈ ਤੇ ਕੁਝ ਅਹਿਮ ਸਵਾਲਾਂ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤੇ ਜਿਸ ਤਰੀਕੇ ਨਾਲ EPF ਤੇ PPF ਤੇ ਬਾਕੀ ਸਾਰੀਆਂ ਚੀਜ਼ਾਂ ਵੀ ਤੁਸੀਂ ਸਮਝ ਲਈਆਂ ਤੇ EPFO ਕੀ ਕੁਝ ਕੰਮਕਾਰ ਕਰ ਰਿਹਾ ਤੇ ਕਿਸ ਤਰੀਕੇ ਨਾਲ ਜਨਸੇਵਾ ਦੇ ਵਿੱਚ ਆਪਣਾ ਸਹਿਯੋਗ ਦੇ ਰਿਹਾ, ਇਹ ਅੱਜ ਇਸ ਖਾਸ ਇੰਟਰਵਿਊ ਤੋਂ ਜਗ ਜ਼ਾਹਿਰ ਹੋ ਚੁੱਕਿਆ ਤੇ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਰਹਿਣ ਵਾਲਾ ਖਾਸ ਉਹ ਵੀ ਕਲੀਅਰ ਹੋ ਚੁੱਕਿਆ। ਤੇ ਮੈਨੂੰ ਦਿਓ ਇਜਾਜ਼ਤ, ਧੰਨਵਾਦ।